ਉਹਨੇ ਸਵੇਰੇ ਜਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਤਖ਼ਤ ਸਾਹਿਬ 'ਤੇ ਹੋ ਰਿਹਾ ਸੀ, ਰਾਗੀ ਸਿੰਘ ਔਰ ਸੰਗਤ ਗੁਰੂ ਸਾਹਿਬ ਦੇ ਸਤਿਕਾਰ ਵਾਸਤੇ ਉੱਠ ਕੇ ਖੜੀ ਹੋਈ ਤੇ ਰਾਗੀ ਸਿੰਘਾਂ ਦੇ ਪਿਛਲੇ ਪਾਸੇ ਬਾਹਰਲੇ ਪਾਸੇ ਖੜ੍ਹ ਕੇ ਉਹਨੇ ਸਿਗਰਟ ਜਲਾਈ ਔਰ ਸਿਗਰਟ ਦਾ ਧੂੰਆਂ ਆਪਣੇ ਮੂੰਹ ਵਿੱਚ ਭਰ ਕੇ ਜਿਹੜੀ ਸਿਗਰਟ ਸੀ ਉਹ ਰਾਗੀ ਸਿੰਘ ਜਿੱਥੇ ਖੜੇ ਬੈਠੇ ਸਨ ਉਸ ਸਥਾਨ ਦੇ ਉੱਤੇ ਸਿਗਰਟ ਸੁੱਟ ਦਿੱਤੀ ਔਰ ਜਿਹੜਾ ਧੂੰਆਂ ਸੀ ਉਹ ਰਾਗੀ ਸਿੰਘਾਂ ਵੱਲ ਨੂੰ ਫਰੈਸ਼ ਜਿਹੜਾ ਸੀ ਉਹਦੇ ਮੂੰਹ ਵਿੱਚ ਭਰਿਆ ਹੋਇਆ ਉਹਨੇ ਰਾਗੀ ਸਿੰਘਾਂ ਵੱਲ ਨੂੰ ਮਾਰਿਆ ਔਰ सर्वोच्च तख्त श्री केसगढ़ साहब में घटी एक घटना ने एक बार फिर आस्था पर चोट की है। यहाँ सरेआम युवक ने सिगरेट के कश लगाए और सेवादारों के सामने मुंह से धुआं छोड़ने लगा। घटना सुबह 4:30 बजे की है, जब पावन श्री गुरु ग्रंथ साहब जी का प्रकाश तख्त साहब में किया जा रहा था तो नजदीक ही युवक धूम्रपान करके बीड़ी पीने लगा, जिसके बाद जलती हुई बीड़ी रागी कीर्तन करने वालों की तरफ फेंक दी। जैसे ही सेवादारों ने उक्त व्यक्ति को ऐसा करते देखा, उसे मौके पर धर दबोचा गया और पुलिस बुलाकर पुलिस के हवाले कर दिया गया। एसएसपी रूपनगर ने घटना वाले स्थान का जायजा लिया और तख्त श्री केसगढ़ साहब के जत्थेदार के साथ बातचीत की और पत्रकारों को बताया कि आरोपी पुलिस की गिरफ्त में हैं और मामला दर्ज कर लिया गया है। घटना की विस्तृत जानकारी के लिए जांच की जा रही है। इस मामले में सिख जत्थेबंदियों में रोष है। श्री केसगढ़ साहब के जत्थेदार ज्ञानी रघुवीर सिंह ने कहा कि आरोपी पर 295 के तहत मामला दर्ज कर लिया गया है, मगर पिछले समय में भी जो घटनाएं हुई अभी भी पुलिस उनके सूत्रधार तक नहीं पहुंच पाई है। ऐसी घटनाएं करने के बाद आरोपी जमानत लेकर बाहर घूमते देखे जा सकते हैं, जिनसे पंथ की प्रतिष्ठा को खतरा है। उन्होंने कहा कि ऐसे आरोपियों को सजाए मौत होनी चाहिए, क्योंकि आरोपी जमानत लेने के बाद बाहर घूमते हैं और हमें ये दिखाते हैं कि हमें जो करना था कर लिया। अगर ऐसी घटनाएं रोकनी है तो सरकार को सख्त कानून बनाने होंगे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਵੇਰੇ ਤਕਰੀਬਨ 4:30 ਵਜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਬਹੁਤ ਹੀ ਇੱਕ ਮੰਦਭਾਗੀ ਹੀਰਦੇ ਵੇਦ ਘਟਨਾ ਵਾਪਰੀ ਹੈ ਕਿ ਲੁਧਿਆਣੇ ਦੇ ਰਹਿਣ ਵਾਲੇ ਪਰਮਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਮਹੱਲਾ ਮਹਾਰਾਜ ਨਗਰ ਲੁਧਿਆਣਾ ਪੁਲਿਸ ਕਮਿਸ਼ਨਰੇਟ ਲੁਧਿਆਣਾ ਉਹਨੇ ਸਵੇਰੇ ਜਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਤਖ਼ਤ ਸਾਹਿਬ 'ਤੇ ਹੋ ਰਿਹਾ ਸੀ, ਰਾਗੀ ਸਿੰਘ ਔਰ ਸੰਗਤ ਗੁਰੂ ਸਾਹਿਬ ਦੇ ਸਤਿਕਾਰ ਵਾਸਤੇ ਉੱਠ ਕੇ ਖੜੀ ਹੋਈ ਤੇ ਰਾਗੀ ਸਿੰਘਾਂ ਦੇ ਪਿਛਲੇ ਪਾਸੇ ਬਾਹਰਲੇ ਪਾਸੇ ਖੜ੍ਹ ਕੇ ਉਹਨੇ ਸਿਗਰਟ ਜਲਾਈ ਔਰ ਸਿਗਰਟ ਦਾ ਧੂੰਆਂ ਆਪਣੇ ਮੂੰਹ ਵਿੱਚ ਭਰ ਕੇ ਜਿਹੜੀ ਸਿਗਰਟ ਸੀ ਉਹ ਰਾਗੀ ਸਿੰਘ ਜਿੱਥੇ ਖੜੇ ਬੈਠੇ ਸਨ ਉਸ ਸਥਾਨ ਦੇ ਉੱਤੇ ਸਿਗਰਟ ਸੁੱਟ ਦਿੱਤੀ ਔਰ ਜਿਹੜਾ ਧੂੰਆਂ ਸੀ ਉਹ ਰਾਗੀ ਸਿੰਘਾਂ ਵੱਲ ਨੂੰ ਫਰੈਸ਼ ਜਿਹੜਾ ਸੀ ਉਹਦੇ ਮੂੰਹ ਵਿੱਚ ਭਰਿਆ ਹੋਇਆ ਉਹਨੇ ਰਾਗੀ ਸਿੰਘਾਂ ਵੱਲ ਨੂੰ ਮਾਰਿਆ ਔਰ ਮੌਕੇ ਤੇ ਸਾਡੇ ਜਿਹੜੇ ਸੇਵਾਦਾਰ ਔਰ ਪੁਲਿਸ ਦੇ ਮੁਲਾਜ਼ਮ ਸਨ ਉਹਨਾਂ ਨੇ ਉਹਨੂੰ ਫੜ ਕੇ ਤੇ ਪੁਲਿਸ ਦੇ ਹਵਾਲੇ ਕੀਤਾ ਔਰ ਪੁਲਿਸ ਵੱਲੋਂ 295 ਇਹ ਧਾਰਾ ਲਾ ਕੇ ਤੇ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤੀ। ਬਿਲਕੁਲ ਹੋ ਸਕਦਾ ਹੈ, ਕਿਉਂਕਿ ਬਹੁਤ ਸਾਰੀਆਂ ਘਟਨਾਵਾਂ ਐਸੀਆਂ ਪੰਜਾਬ ਦੇ ਵਿੱਚ ਪਹਿਲਾਂ ਵੀ ਵਾਪਰ ਚੁੱਕੀਆਂ ਨੇ ਔਰ ਹਮੇਸ਼ਾ ਹੀ ਪੁਲਿਸ ਵੱਲੋਂ ਇਹ ਕਹਿ ਕੇ ਪੱਲਾ ਝਾੜਿਆ ਜਾਂਦਾ ਹੈ ਕਿ ਇਹ ਮੈਂਟਲੀ ਅਪਸੈਟ ਹੈ, ਇਹਦੇ ਕੋਲ ਮੈਡੀਕਲ ਸਰਟੀਫਿਕੇਟ ਹੈ ਜਾਂ ਦਵਾਈਆਂ ਐਸੀਆਂ ਕੋਈ ਲੈ ਰਿਹਾ ਕਿ ਇਹਨੂੰ ਦਿਮਾਗੀ ਪ੍ਰੋਬਲਮ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਦਿਮਾਗੀ ਅਪਸੈਟ ਜਿਹੜੇ ਲੋਕ ਨੇ ਉਹ ਗੁਰਦੁਆਰਿਆਂ ਵੱਲ ਨੂੰ ਜਾਂ ਗੁਰੂ ਸਾਹਿਬ ਦੀ ਬੇਅਦਬੀ ਕਰਨ ਵੱਲ ਨੂੰ ਜਾਂ ਗੁਰਦੁਆਰਿਆਂ ਨੂੰ ਅੱਗਾਂ ਲਾਉਣ ਵਾਸਤੇ ਕਿਉਂ ਆਉਂਦੇ ਨੇ, ਉਹ ਹੋਰ ਕਿਸੇ ਦਾ ਕੋਈ ਨੁਕਸਾਨ ਜਾ ਕੇ ਨਹੀਂ ਕਰਦੇ। ਕਿਤੇ ਨਾ ਕਿਤੇ ਇਹ ਪੁਲਿਸ ਦੀ ਸਰਕਾਰ ਦੀ ਇੱਕ ਬਹੁਤ ਵੱਡੀ ਨਾਕਾਮੀ ਹੈ ਔਰ ਜਿੰਨੀਆਂ ਵੀ ਘਟਨਾਵਾਂ ਪਿਛਲੇ ਸਮੇਂ ਹੋ ਚੁੱਕੀਆਂ ਨੇ ਉਹਨਾਂ ਦਾ ਹੁਣ ਤੱਕ ਕੋਈ ਵੀ ਸੂਤਰਧਾਰ ਜਿਹੜਾ ਉਹ ਪੁਲਿਸ ਨੂੰ ਨਹੀਂ ਲੱਭਾ, ਕਿਉਂਕਿ ਪੁਲਿਸ ਜਾਂ ਤੇ ਚਲਾਨ ਲੇਟ ਪੇਸ਼ ਕਰਦੀ ਹੈ ਔਰ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਜਿਹੜੇ ਦੋਸ਼ੀ ਨੇ ਉਹ ਜ਼ਮਾਨਤਾਂ ਲੈ ਕੇ ਬਾਹਰ ਆ ਜਾਂਦੇ ਨੇ। ਹੋਮ ਮਿਨਿਸਟਰੀ ਦਾ ਜਿਹੜਾ ਪ੍ਰੋਸੈਸ ਹੈ ਉਹ ਇੰਨਾ ਜ਼ਿਆਦਾ ਢਿੱਲਾ ਹੈ ਕਿ ਜਿਹੜੀ ਪਰਮਿਸ਼ਨ ਹੈ ਉਹ 1.5 2 ਮਹੀਨੇ ਹੋਮ ਮਿਨਿਸਟਰੀ ਜਿਹੜੀ ਪਰਮਿਸ਼ਨ ਨਹੀਂ ਭੇਜਦੀ ਤਦ ਤੱਕ ਦੋਸ਼ੀ ਜਿਹੜੇ ਨੇ ਜ਼ਮਾਨਤਾਂ ਲੈ ਕੇ ਬਾਹਰ ਆ ਕੇ ਤੇ ਸ਼ਰੇਆਮ ਘੁੰਮਦੇ ਵੇਖੇ ਜਾ ਸਕਦੇ ਆ ਔਰ ਸਾਡਾ ਇੱਕ ਮੂੰਹ ਚੜਾਇਆ ਜਾ ਰਿਹਾ ਉਹਨਾਂ ਦੋਸ਼ੀਆਂ ਦੇ ਵੱਲੋਂ ਕਿ ਅਸੀਂ ਜੋ ਕਰਨਾ ਸੀ ਕਰ ਦਿੱਤਾ, ਤੁਸੀਂ ਜੋ ਕਰ ਸਕਦੇ ਹੋ ਕਰ ਲਓ, ਪਰ ਅਸੀਂ ਕੁਛ ਵੀ ਫਿਰ ਕਰਨ ਦੇ ਕਈ ਬੇਅਦਬੀਆਂ ਹੋ ਚੁੱਕੀਆਂ ਨੇ, ਲੇਕਿਨ ਹੁਣ ਤੱਕ ਕਿਸੇ ਵੀ ਪਾਸੇ ਸਾਨੂੰ ਕਾਮਯਾਬੀ ਜਿਹੜੀ ਹਾਸਲ ਨਹੀਂ ਹੋਈ।
ਔਰ ਇਸੇ ਕਰਕੇ ਅਸੀਂ ਐਸਐਸਪੀ ਸਾਹਿਬ ਨੂੰ ਕਿਹਾ ਕਿ ਤੁਸੀਂ 5 ਮੈਂਬਰ ਸਾਡੇ ਜਿਹੜੇ ਨੇ ਉਹ ਸ਼ਾਮਲ ਕੀਤੇ ਜਾਣ ਔਰ ਉਹ ਇਨਵੈਸਟੀਗੇਸ਼ਨ ਦੇ ਵਿੱਚ ਹਾਜ਼ਰ ਹੋਇਆ ਕਰਦੇ ਅਗਲਾ ਫਿਰ ਜੋ ਵਿਚਾਰ ਹੋਏਗਾ ਵਿਚਾਰ ਕਰਕੇ ਤਾਂ ਅਗਲਾ ਸਟੈਪ ਜਿਹੜਾ ਉਹ ਲਵਾਂਗੇ ਜੋ ਵੀ ਸੰਭਵ ਹੋ ਸਕਿਆ ਨਹੀਂ ਜੀ ਮੈਨੇਜਮੈਂਟ ਦੀ ਜੋ ਸਾਡੇ ਸਾਹਮਣੇ ਜੋ ਅਸੀਂ ਸੀਸੀਟੀਵੀ ਦੇਖੀ ਹੈ ਮੈਨੇਜਮੈਂਟ ਦੀ ਕੋਈ ਕਮੀ ਨਹੀਂ ਕਿਉਂਕਿ ਮੈਨੇਜਮੈਂਟ ਨੇ ਹੀ ਤਾਂ ਉਹਨੂੰ ਪੜ੍ਹਿਆ ਮੌਕੇ ਤੋਂ ਜਿਹੜੇ ਸਾਡੇ ਸੇਵਾਦਾਰ ਸਨ ਉਹਨੇ ਪੜ੍ਹ ਲਿਆ ਤਾਂ ਮੈਨੇਜਮੈਂਟ ਦੀ ਦੇ ਵਿੱਚ ਵੀ ਕਿਸੇ ਪ੍ਰਕਾਰ ਦੀ ਕਮੀ ਜਿਹੜੀ ਆ ਉਹ ਨਹੀਂ ਦੇਖੋ ਚੀਜ਼ ਜੇਬ ਵਿੱਚ ਪਾਈ ਹੁੰਦੀ ਹੈ ਸਿਗਰਟ ਪੀੜੀ ਜਿਹੜੀ ਉਹ ਜੇਬ ਵਿੱਚ ਪੈ ਸਕਦੀ ਹੈ ਉਹ ਕਿਸੇ ਦੀ ਤਲਾਸ਼ੀ ਤੇ ਨਹੀਂ ਕੀਤੀ ਜਾ ਸਕਦੀ ਜਾਂ ਉਹਦੀ ਕੋਈ ਹਰਕਤ ਕੈਮਰੇ 'ਚ ਲੋਡ ਹੋਈ ਹੁੰਦੀ ਜਾਂ ਕੋਈ ਹਰਕਤ ਉਹਦੀ ਪਹਿਲਾਂ ਧਿਆਨ ਵਿੱਚ ਆਈ ਹੁੰਦੀ ਤੇ ਜ਼ਰੂਰ ਹੀ ਅਸੀਂ ਮੰਨਦੇ ਕਿ ਸਾਡੇ ਪ੍ਰਬੰਧ ਵਿੱਚ ਢਿੱਲ ਹੈ ਜਦ ਉਹਨੇ ਕੋਈ ਹਰਕਤ ਕੀਤੀ ਹੈ ਤੇ ਉਸੇ ਵੇਲੇ ਸਾਡੇ ਸੇਵਾਦਾਰਾਂ ਨੂੰ ਫੜ ਕੇ ਬਾਹਰ ਲੈਣ ਮੇਰਾ ਇੱਕ ਨਿੱਜੀ ਵਿਚਾਰ ਹੈ ਮੈਂ ਤਾਂ ਕਹਿੰਦਾ ਕਿ ਗੁਰ ਕੇ ਨਿੰਦਾ ਸੁਣਿਆ ਨਾ ਕਾਨ ਭੇਟ ਕਰਿਆ ਤੇ ਸੰਗ ਕਿਰਪਾਨ ਇਹੋ ਜਿਹੇ ਦੋਸ਼ੀ ਨੂੰ ਮੌਕੇ ਤੇ ਮਾਰ ਦੇਣਾ ਚਾਹੀਦਾ ਹੈ ਕਿਉਂਕਿ ਸਰਕਾਰਾਂ ਕੋਲੋਂ ਜਾਂ ਕਾਨੂੰਨ ਕੋਲੋਂ ਸਾਨੂੰ ਕੋਈ ਬਹੁਤੀ ਆਸ ਉਮੀਦ ਲੱਗਦੀ ਨਹੀਂ ਹੈ ਕਿ ਕੁਛ ਕਰਨਗੇ ਜਾਂ ਇਹ ਘਟਨਾਵਾਂ ਜਿਹੜੀਆਂ ਨੇ ਘਟਣਗੀਆਂ ਔਰ ਵਧੀਆ ਵਿਧਾਨਤਾ ਇਹੀ ਹੈ ਕਿ ਮੌਕੇ ਤੇ ਹੀ ਇਹੋ ਜਿਹਾ ਜਿਹੜਾ ਜੇ ਕੋਈ ਨਾ ਸਰਕਾਰਾਂ ਕਰਨਗੀਆਂ ਫਿਰ ਸਾਨੂੰ ਐਸੇ ਫੈਸਲੇ ਲੈਣ ਵਾਸਤੇ ਮਜਬੂਰ ਹੋਣਾ ਪਵੇਗਾ ਉਹਦੇ ਵਿੱਚ ਸਾਡੀ ਟੀਮ ਜਿਹੜੀ ਹੈ ਉਹ ਅਸੀਂ 5 ਮੈਂਬਰੀ ਇੱਕ ਟੀਮ ਬਣਾਵਾਂਗੇ ਉਹ ਸਾਡੀ 5 ਮੈਂਬਰੀ ਟੀਮ ਦੇ ਸਾਹਮਣੇ ਹੀ ਇਨਵੈਸਟੀਗੇਸ਼ਨ ਕੀਤੀ ਜਾਏਗੀ ਔਰ ਉਹਨਾਂ ਨੇ ਇਸ ਗੱਲ ਨੂੰ ਕਬੂਲ ਵੀ ਕੀਤਾ ਅਸੀਂ 5 ਸਿੰਘਾਂ ਦੇ ਨਾਮ ਤਜਵੀਜ਼ ਕਰਕੇ ਤੇ ਉਹਨਾਂ ਨੂੰ ਭੇਜਣ ਲੱਗੇ ਹਾਂ ਭੇਜ ਰਹੇ ਹਾਂ ਔਰ ਉਹ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਲ ਹੋਣਗੇ ਮੌਤ ਵੀ ਹੋਣੀ ਚਾਹੀਦੀ ਹੈ ਜਿਹੜੇ ਇਹੋ ਜਿਹੇ ਦੋਸ਼ੀ ਹੋਣ ਉਹਨਾਂ ਨੂੰ ਸਜ਼ਾਏ ਮੌਤ ਮਿਲਣੀ ਚਾਹੀਦੀ ਹੈ ਪਰ ਸਾਡੇ ਸਿਸਟਮ ਦੀ ਇੱਕ ਬੜੀ ਵੱਡੀ ਢਿੱਲ ਹੈ ਕਾਨੂੰਨ ਦੀ ਬੜੀ ਵੱਡੀ ਇੱਕ ਢਿੱਲ ਹੈ ਤੇ ਇੱਕ ਜਿਹੜਾ ਸਰਬ ਸਾਂਝੀ ਵਾਲਤਾ ਦਾ ਰਹਿਬਰ ਹੈ ਸਾਂਝਾ ਉਪਦੇਸ਼ ਦੇਣ ਵਾਲੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਉਹਨਾਂ ਦੀ ਥਾਂ ਥਾਂ ਤੇ ਜਿਹੜੀ ਹਾਨੀ ਕੀਤੀ ਜਾਂਦੀ ਹੈ ਬੇਅਦਬੀ ਕੀਤੀ ਜਾਂਦੀ ਹੈ ਔਰ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਯਤਨ ਕੀਤਾ ਜਾਂਦਾ ਹੈ ਤੇ ਬਹੁਤ ਹੀ ਜ਼ਿਆਦਾ ਮੰਦਭਾਗੀ ਔਰ ਨਿੰਦਣ ਵਾਲੀ ਘਟਨਾ ਹੈ ਔਰ ਇਹੋ ਜਿਹੇ ਦੋਸ਼ੀਆਂ ਨੂੰ ਤੇ ਸਜ਼ਾਏ ਮੌਤ ਦਾ ਜਿਹੜਾ ਵਿਧਾਨ ਹੈ ਉਹ ਹੋਣਾ ਚਾਹੀਦਾ ਹੈ ਹਾਂਜੀ ਸਰ ਅੱਜ ਤਖਤ ਸਾਹਿਬ ਵਿਖੇ ਬੜੀ ਮੰਦਭਾਗੀ ਘਟਨਾ ਵਾਪਰੀ ਉਹਦੇ ਬਾਰੇ ਆਪਾਂ ਕੀ ਕਾਰਵਾਈ ਕੀਤੀ ਇੱਕ ਅੱਜ ਸਵੇਰੇ ਇੱਕ ਇੱਥੇ ਮੰਦਭਾਗੀ ਘਟਨਾ ਵਾਪਰੀ ਹੈ ਇਹਦੇ ਵਿੱਚ ਆਪਾਂ ਜਿਹੜਾ ਅਕਿਊਜ਼ਡ ਹੈਗਾ ਉਹਨੂੰ ਆਪਾਂ ਅਰੈਸਟ ਕਰ ਲਿਆ FIR ਦਰਜ ਹੋ ਚੁੱਕੀ ਹੈ ਤੇ ਹੁਣ ਉਹਦੀ ਤਫਤੀਸ਼ ਆਰੰਭੀ ਜਾ ਰਹੀ ਹੈ ਠੀਕ ਹੈ ਸਰ ਕਿਹੜੀ ਜਗ੍ਹਾ ਤੋਂ ਬੰਦਾ ਹੈ ਜੀ ਡਿਟੇਲਸ ਆਪਾਂ ਤੁਹਾਡੇ ਨਾਲ ਬਾਅਦ 'ਚੋਂ ਸ਼ੇਅਰ ਕਰਦੇ ਹਾਂ ਅਜੇ ਕਿਉਂਕਿ ਤਫਤੀਸ਼ ਚੱਲ ਰਹੀ ਹੈ ਤੇ ਇਸ ਕਰਕੇ ਮੈਂ ਕੁਝ ਵੀ ਇਹਦੇ ਉੱਪਰ ਕਮੈਂਟ ਨਹੀਂ ਕਰਾਂਗਾ ਤੇ ਆਪਾਂ ਅਕਿਊਜ਼ਡ ਅਰੈਸਟ ਕਰ ਲਿਆ ਹੈਗਾ ਤੇ ਤਫਤੀਸ਼ ਆਪਣੀ ਆਰੰਭ ਹੋ ਚੁੱਕੀ ਹੈ ਤੁਹਾਡੀ ਸਿੰਘ ਨਾਲ ਮੀਟਿੰਗ ਹੋਈ ਹੈ ਅੰਦਰ ਕੀ ਵਾਰਤਾਲਾਪ ਹੋਈ ਹੋਇਆ ਤੁਸੀਂ ਸ਼ੇਅਰ ਕਰੋਗੇ ਸਾਨੂੰ ਇਹ ਆਪਣਾ ਇਨਵੈਸਟੀਗੇਸ਼ਨ ਦੇ ਬਾਰੇ ਹੀ ਗੱਲ ਹੋਈ ਹੈਗੀ ਵੀ ਕੋਈ ਘਟਨਾ ਦੀ ਆਪਾਂ ਪੂਰਾ ਸੱਚ ਦੇ ਇੱਕ ਤਹਿ ਤੱਕ ਜਾਈਏ ਤੇ ਕਿਵੇਂ ਕਿਵੇਂ ਇਹ ਸਭ ਕੁਝ ਹੋਇਆ ਸਰ ਕੀ ਲੱਗਦਾ ਕਿਸੇ ਛਾਜੇ ਦੀ ਨਾ ਹੋਇਆ ਜੀ ਜਦ ਮੈਂ ਆਪ ਜੀ ਨੂੰ ਪਹਿਲੇ ਹੀ ਇਹ ਗੱਲ ਕਹੀ ਵੀ ਜਦੋਂ ਤਫਤੀਸ਼ ਅਜੇ ਆਰੰਭੀ ਗਈ ਹੈ ਜਦ ਤੱਕ ਤਫਤੀਸ਼ ਮੁਕੰਮਲ ਨਹੀਂ ਹੁੰਦੀ ਮੈਂ ਕਿਵੇਂ ਕੁਝ ਵੀ ਕਹਿ ਸਕਦਾ ਹੈਗਾ ਇਸ ਦੀ ਕੋਈ ਤਫਤੀਸ਼ ਮੁਕੰਮਲ ਹੋ ਲੈਣ ਦੋ ਸਾਰਾ ਸੱਚ ਸਾਹਮਣੇ आ जाए ठीक है थैंक यू सर थैंक यू द टारगेट न्यूज के लिए रूपनगर से सुषमा मोदगिल की रिपोर्ट। पल पल हर पल समाचारों से अपडेट रहना है तो हमारे इस चैनल द टारगेट न्यूज को लाइक करें, सब्सक्राइब करें व बेल आइकन को जरूर दबाएं। घर बैठे सारी जानकारी पाएं।